हेलो बेटे, किवें हो तुसीं सारे? ठीक हो ना? मैं थोड़ी रीनू मैम बेटे ते तुहाडा वेलकम करदी हाँ अपने चैनल क्वालिटी एजुकेशन मोगा ते अपनी इकनॉमिक्स की क्लास दे विच। अज बेटे आपां सर्कुलर फ्लो ऑफ इनकम यानी आमदन का चक्री प्रवाह अपना मैक्रो इकनॉमिक्स का थर्ड लैसन ਉਹਦੇ क्वेश्चन 1 मार्क वाले ते 2 मार्क वाले आपां क्वेश्चनस करांगे। वैरी इंपॉर्टेंट बेटे, तो तुसी वीडियो ਨੂੰ एंड तक वॉच करना ਤੇ ਸਾਰੇ क्वेश्चनस ਨੂੰ ਜ਼ਰੂਰ ਰਿਵਾਈਜ਼ ਕਰਨਾ बेटे। ਤੇ ਇਸ ਦੇ ਨਾਲ ਹੀ ਜਿਹੜੇ ਹੋਰ MCQs ਵਾਲੇ ਵੀਡੀਓਜ਼ ਜਿਹੜੀਆਂ ਅਪਲੋਡ ਮੈਂ ਕੀਤੀਆਂ ਨੇ ਉਹਨਾਂ ਨੂੰ ਬੇਟੇ ਜ਼ਰੂਰ ਵਾਚ ਕਰ ਲਿਆ ਜੇ ਤੁਸੀਂ ਹੁਣ 2020 ਤੇ 21 ਵਾਲੇ ਜਿਹੜੇ ਬੋਰਡ ਐਗਜ਼ਾਮਸ ਹੈ ਉਹਨਾਂ ਦੇ ਲਈ ਤੁਹਾਨੂੰ ਪਤਾ ਹੈ ਕਿ 1 ਤੇ 2 ਮਾਰਕ ਵਾਲੇ ਕੁਐਸਚਨ ਜਿਹੜੇ ਆ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਆ ਬਿਕਾਜ਼ ਬਹੁਤ ਸਾਰੇ ਜਿਹੜੇ ਮਾਰਕਸ ਹੈ ਤੁਹਾਡੇ ਇਹਨਾਂ ਤੋਂ ਸਕੋਰ ਹੋ ਜਾਣਗੇ। ਓਕੇ ਬੇਟੇ, ਤਾਂ ਤੁਸੀਂ ਹਜੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ। वीडियो ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ, ਕੋਈ ਪੈਸੇ ਨਹੀਂ ਲੱਗਦੇ ਜੇ ਤੁਸੀਂ ਥੰਬ ਇੰਪ੍ਰੈਸ਼ਨ ਨੂੰ ਨੱਪ ਦਿੰਦੇ ਹੋ ਤਾਂ ਠੀਕ ਹੈ ਬੇਟੇ। ਚਲੋ ਕਰਦੇ ਹਾਂ 1 ਮਾਰਕ ਵਾਲੇ ਕੁਐਸਚਨ ਬੇਟੇ ਆਮਦਨ ਦੇ ਚੱਕਰੀ ਪ੍ਰਵਾਹ ਦੇ ਸਰਕੂਲਰ ਫਲੋ ਆਫ ਇਨਕਮ ਦੇ ਬੇਟੇ। ਤਾਂ ਫਸਟ ਕੁਐਸਚਨ ਹੈ ਬੇਟੇ ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਦੇ ਨਾਮ ਦੱਸੋ ਕਿ ਅਰਥ ਵਿਵਸਥਾ 'ਚ ਕਿੰਨੇ ਖੇਤਰ ਹੁੰਦੇ ਆ, ਕਿਹੜੇ ਖੇਤਰ ਹੁੰਦੇ ਆ। 5 ਸੈਕਟਰਸ ਹੁੰਦੇ ਆ ਤੁਹਾਨੂੰ ਪਤਾ ਹੈ। ਉਤਪਾਦਕ ਖੇਤਰ, प्रोडक्शन सैक्टर, घरेलू खेतर हाउस होल्ड सैक्टर, गवर्नमेंट सैक्टर, रेस्ट ऑफ द वर्ल्ड बाकी विश्व खेतर, वित्ती खेतर, फाइनैंशियल सैक्टर बेटे। नैक्सट क्वेश्चन है आमदन के चक्री प्रवाह की धारणा नूं आधुनिक रूप में किस द्वारा प्रस्तुत किया गया। मतलब जो भी चक्री प्रवाह या सर्कुलर फ्लो नूं असीं पढ़ते हाँ उहदे बारे किसने दस्सिया सी बेटे? कार्ल मार्क्स ने दस्सिया सी। क्वेश्चन थर्ड है बेटे आमदन के चक्री प्रवाह के विभिन्न मॉडल किहड़े ने। मतलब ਜਿਹੜੇ ਆਪਾਂ ਸਰਕੂਲਰ ਫਲੋ ਦੇ ਮੋਡਲਸ ਬਣਾਉਂਦੇ ਆ ਕਿਹੜੇ ਆ? 2 ਸੈਕਟਰ ਮਾਡਲ, 3 ਸੈਕਟਰ ਮਾਡਲ ਬੇਟੇ ਤੇ 4 ਸੈਕਟਰ ਮਾਡਲ। ਆਮਦਨ ਦੇ ਚੱਕਰੀ ਪ੍ਰਵਾਹ ਤੋਂ ਤੁਹਾਡਾ ਕੀ ਭਾਵ ਹੈ? ਤਾਂ ਅਰਥ ਵਿਵਸਥਾ ਦੇ ਵਿਭਿੰਨ ਖੇਤਰਾਂ ਵਿਚਕਾਰ ਜਿੰਨੇ ਵੀ ਖੇਤਰ ਹੁੰਦੇ ਨੇ ਉਹਨਾਂ ਸਾਰੇ ਖੇਤਰਾਂ ਵਿਚਕਾਰ ਆਮਦਨ ਦੇ ਪ੍ਰਵਾਹ ਨੂੰ ਹੀ ਆਮਦਨ ਦਾ ਚੱਕਰੀ ਪ੍ਰਵਾਹ ਕਿਹਾ ਜਾਂਦਾ ਹੈ ਬੇਟੇ। ਨੈਕਸਟ ਕੁਐਸਚਨ ਹੈ ਬੇਟੇ ਅਰਥ ਵਿਵਸਥਾ ਦਾ ਕਿਹੜਾ ਖੇਤਰ ਉਤਪਾਦਨ ਦੇ ਸਾਧਨਾਂ ਦਾ ਮਾਲਿਕ ਹੁੰਦਾ ਹੈ। ਤਾਂ ਘਰੇਲੂ ਖੇਤਰ ਬੇਟੇ ਉਤਪਾਦਨ ਦੇ ਸਾਧਨਾਂ ਦਾ ਮਾਲਿਕ ਹੁੰਦਾ ਹੈ, ਯਾਨੀ ਜਿੰਨੇ ਵੀ ਉਤਪਾਦਨ ਦੇ ਸਾਧਨ ਹੁੰਦੇ ਨੇ ਲੈਂਡ, ਲੇਬਰ, ਕੈਪੀਟਲ, ਆਰਗੇਨਾਈਜੇਸ਼ਨ ਉਹ ਕਿੱਥੋਂ ਮਿਲਦੇ ਨੇ? ਘਰੇਲੂ ਖੇਤਰ ਤੋਂ ਬੇਟੇ। ਨੈਕਸਟ ਕੁਐਸਚਨ ਹੈ ਬੇਟੇ ਬੰਦ ਅਰਥ ਵਿਵਸਥਾ ਤੋਂ ਕੀ ਭਾਵ ਹੈ, ਯਾਨੀ ਕਲੋਜ਼ਡ ਇਕੋਨਮੀ ਤੋਂ ਕੀ ਭਾਵ ਹੈ। ਤਾਂ ਕਲੋਜ਼ਡ ਇਕੋਨਮੀ ਬੰਦ ਅਰਥ ਵਿਵਸਥਾ ਉਹ ਹੁੰਦੀ ਹੈ ਬੇਟੇ ਜਿਸ ਦਾ ਹੋਰਨਾਂ ਅਰਥ ਵਿਵਸਥਾਵਾਂ ਨਾਲ ਕੋਈ ਆਰਥਿਕ ਸੰਬੰਧ ਨਹੀਂ ਹੁੰਦਾ, ਲੈਣਾ ਦੇਣਾ ਨਹੀਂ ਹੁੰਦਾ ਬੇਟੇ, ਯਾਨੀ ਆਯਾਤ ਨਿਰਯਾਤ ਨਹੀਂ ਹੁੰਦਾ। ਨੈਕਸਟ ਹੈ ਬੇਟੇ ਮੌਦਰਿਕ ਪ੍ਰਵਾਹ ਕੀ ਹੁੰਦਾ। ਮੌਦਰਿਕ ਮਤਲਬ ਮੁਦਰਾ ਦੇ ਰੂਪ ਵਿੱਚ ਹੋਣ ਵਾਲਾ ਪ੍ਰਵਾਹ ਕੀ ਹੁੰਦਾ ਹੈ। ਅਰਥ ਵਿਵਸਥਾ ਦੇ ਵਿਭਿੰਨ ਖੇਤਰਾਂ ਵਿੱਚ ਹੋਣ ਵਾਲੇ ਮੁਦਰਾ ਦੇ ਪ੍ਰਵਾਹ ਨੂੰ ਹੀ ਮੌਦਰਿਕ ਪ੍ਰਵਾਹ ਕਿਹਾ ਜਾਂਦਾ ਹੈ। ਮਤਲਬ ਜਦੋਂ ਆਪਾਂ ਕੋਈ ਚੀਜ਼ ਦਾ ਲੈਣ ਦੇਣ ਕਰਦੇ ਹਾਂ ਤਾਂ ਉਹਦੇ ਬਦਲੇ 'ਚ ਆਪਾਂ ਨੂੰ ਪੈਸੇ ਦੇਣੇ ਪੈਂਦੇ ਆ ਨਾ, ਤਾਂ ਮੌਦਰਿਕ ਪ੍ਰਵਾਹ ਕੀ ਹੈ? ਮੁਦਰਾ ਦੇ ਪ੍ਰਵਾਹ ਨੂੰ ਮੌਦਰਿਕ ਪ੍ਰਵਾਹ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਬੇਟੇ ਵਾਸਤਵਿਕ ਪ੍ਰਵਾਹ ਦੀ ਪਰਿਭਾਸ਼ਾ ਦਿਓ। ਵਾਸਤਵਿਕ ਪ੍ਰਵਾਹ ਦੀ ਤਾਂ ਅਰਥ ਵਿਵਸਥਾ ਦੇ ਵਿਭਿੰਨ ਖੇਤਰਾਂ ਵਿੱਚ ਵਸਤੂਆਂ ਤੇ ਸੇਵਾਵਾਂ ਦੇ ਪ੍ਰਵਾਹ ਨੂੰ ਵਾਸਤਵਿਕ ਪ੍ਰਵਾਹ ਕਿਹਾ ਜਾਂਦਾ ਹੈ। ਸਪੋਜ਼ ਮੈਂ ਤੁਹਾਨੂੰ ਪੜ੍ਹਾਇਆ, ਠੀਕ ਹੈ, ਇਹ ਤਾਂ ਹੈ ਵਾਸਤਵਿਕ ਪ੍ਰਵਾਹ। ਤੁਸੀਂ ਮੈਨੂੰ ਉਹਦੇ ਬਦਲੇ 'ਚ ਪੈਸੇ ਦਿੱਤੇ ਤਾਂ ਇਹ ਕੀ ਹੈ? ਮੌਦਰਿਕ ਪ੍ਰਵਾਹ। ਵੈਸੇ ਤੁਸੀਂ ਮੈਨੂੰ ਪੈਸੇ ਨਹੀਂ ਦਿੰਦੇ ਕਿਉਂਕਿ ਮੈਂ ਤੁਹਾਨੂੰ ਆਪਣੇ ਚੈਨਲ 'ਤੇ ਪੜ੍ਹਾ ਰਹੀ ਹਾਂ ਤੇ ਚੈਨਲ ਦਾ ਨਾਮ ਕੁਆਲਿਟੀ ਐਜੂਕੇਸ਼ਨ ਨਹੀਂ ਭੁੱਲਣਾ ਬੇਟੇ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਹਾਂਜੀ ਬੇਟੇ ਦਾ ਨੈਕਸਟ ਕੁਐਸਚਨ ਹੈ ਖੁੱਲੀ ਅਰਥ ਵਿਵਸਥਾ ਕੀ ਹੁੰਦੀ ਹੈ। ਜਿਵੇਂ ਹੁਣ ਆਪਾਂ ਬੰਦ ਅਰਥ ਵਿਵਸਥਾ ਕੀਤੀ ਕਿ ਇੱਕ ਅਜਿਹੀ ਅਰਥ ਵਿਵਸਥਾ ਜਿੰਦਾ ਹੋਰ ਅਰਥ ਵਿਵਸਥਾਵਾਂ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਆਰਥਿਕ ਲੈਣ ਦੇਣ। ਤਾਂ ਫਿਰ ਖੁੱਲੀ ਅਰਥ ਵਿਵਸਥਾ ਕੀ ਹੋਏਗੀ ਬੇਟੇ? ਜਿਸ ਦਾ ਹੋਰਨਾਂ ਅਰਥ ਵਿਵਸਥਾਵਾਂ ਨਾਲ ਆਰਥਿਕ ਸੰਬੰਧ ਹੋਵੇ, ਮਤਲਬ ਆਰਥਿਕ ਲੈਣ ਦੇਣ ਹੋਵੇ, ਉਹਨੂੰ ਖੁੱਲੀ ਅਰਥ ਵਿਵਸਥਾ ਕਿਹਾ ਜਾਂਦਾ ਹੈ। ਆਮਦਨ ਦੇ ਚੱਕਰੀ ਪ੍ਰਵਾਹ ਦੇ ਵਿਭਿੰਨ ਮਾਡਲਾਂ ਵਿੱਚ ਸ਼ਾਮਲ ਕਿਸੇ ਇੱਕ ਖੇਤਰ ਦਾ ਅਰਥ ਲਿਖੋ। ਮਤਲਬ ਕਹਿੰਦਾ ਕਿ ਇੱਥੇ ਕਿ ਆਮਦਨ ਦਾ ਜਿਹੜਾ ਚੱਕਰੀ ਪ੍ਰਵਾਹ ਹੁੰਦਾ ਨਾ ਉਹਦੇ ਅਲੱਗ ਮਾਡਲ ਹੈ, ਜਿਵੇਂ 2 ਸੈਕਟਰ ਮਾਡਲ, 3 ਸੈਕਟਰ ਮਾਡਲ ਤੇ 4 ਸੈਕਟਰ ਮਾਡਲ, ਠੀਕ ਹੈ। ਉਹਨਾਂ ਸਾਰਿਆਂ ਵਿੱਚ ਸ਼ਾਮਲ ਕਿਸੇ ਇੱਕ ਖੇਤਰ ਦਾ ਨਾਮ ਲਿਖੋ। ਤਾਂ ਉਤਪਾਦਕ ਖੇਤਰ, ਉਤਪਾਦਕ ਖੇਤਰ ਦਾ ਇਹ ਖੇਤਰ ਹੈ ਜੋ ਵਸਤੂਆਂ ਤੇ ਸੇਵਾਵਾਂ ਦਾ ਉਤਪਾਦਨ ਕਰਦਾ ਬੇਟੇ ਤੇ ਸਾਰੇ ਸੈਕਟਰਸ ਵਿੱਚ ਸ਼ਾਮਿਲ ਹੁੰਦਾ ਹੈ। ਨੈਕਸਟ ਕੁਐਸਚਨ ਹੈ ਸਾਧਨ ਭੁਗਤਾਨਾਂ ਦੀਆਂ ਵਿਭਿੰਨ ਕਿਸਮਾਂ ਕਿਹੜੀਆਂ ਹਨ। ਸਾਧਨ ਭੁਗਤਾਨ ਕੀ ਹੈ? ਕਿ ਸਾਧਨਾਂ ਨੂੰ ਉਹਨਾਂ ਦੇ ਕੰਮਾਂ ਦੇ ਬਦਲੇ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਨੂੰ ਹੀ ਸਾਧਨ ਭੁਗਤਾਨ ਕਹਿੰਦੇ ਆ ਬੇਟੇ। ਇਹ ਕੁਐਸਚਨ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਜਿਹੜਾ ਮੈਂ ਹੁਣ ਬੋਲਿਆ। ਤਾਂ ਉਹਨਾਂ ਸਾਧਨਾਂ ਨੂੰ ਉਹਨਾਂ ਦੇ ਕੰਮਾਂ ਦੇ ਬਦਲੇ ਵਿੱਚ ਜੋ ਭੁਗਤਾਨ ਕੀਤੇ ਜਾਂਦੇ ਆ ਬੇਟੇ ਉਹ ਹੁੰਦਾ ਸਾਧਨ ਭੁਗਤਾਨ। ਸਾਧਨ ਤਾਂ ਹੋ ਗਏ ਲੈਂਡ, ਲੇਬਰ, ਕੈਪੀਟਲ ਤੇ ਆਰਗੇਨਾਈਜੇਸ਼ਨ,
ਉਹਨਾਂ ਨੂੰ ਉਹਨਾਂ ਦੇ ਕੰਮਾਂ ਦੇ ਬਦਲੇ ਵਿੱਚ ਜੋ ਮਿਲਦਾ ਹੈ, ਲਗਾਨ, ਮਜ਼ਦੂਰੀ, ਵਿਆਜ ਤੇ ਲਾਭ ਹੁੰਦਾ ਬੇਟੇ। ਇਹ ਕੀ ਹੁੰਦਾ? ਸਾਧਨ ਭੁਗਤਾਨ ਹੁੰਦਾ ਹੈ। ਠੀਕ ਹੈ, ਚਲੋ ਹੁਣ ਆਪਾਂ ਫਿਲਿੰਗ ਦਾ ਬਲੈਂਕਸ ਕਰ ਲੈਂਦੇ ਹਾਂ ਬੇਟੇ। ਤਾਂ ਫਿਲਿੰਗ ਦਾ ਬਲੈਂਕਸ ਦੇ ਵਿੱਚ ਜਿਹੜੇ ਆਪਾਂ ਕਰਨ ਜਾ ਰਹੇ ਹਾਂ, ਫਸਟ, ਕਿਸੇ ਵੀ ਅਰਥ ਵਿਵਸਥਾ ਵਿੱਚ ਡੈਸ਼ ਖੇਤਰ ਹੁੰਦੇ ਨੇ। ਆਪਾਂ ਹੁਣੇ ਕੀਤਾ 5 ਖੇਤਰ ਹੁੰਦੇ ਨੇ। ਅਰਥ ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ ਡੈਸ਼ ਆਖਿਆ ਜਾਂਦਾ ਹੈ। ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ ਵਾਸਤਵਿਕ ਪ੍ਰਵਾਹ ਕਿਹਾ ਜਾਂਦਾ ਹੈ ਬੇਟੇ। ਮੁਦਰਿਕ ਪ੍ਰਵਾਹ ਤੋਂ ਭਾਵ ਅਰਥ ਵਿਵਸਥਾ 'ਚ ਡੈਸ਼ ਦਾ ਪ੍ਰਭਾਵ ਹੈ। ਮੁਦਰਿਕ ਪ੍ਰਵਾਹ, ਮੁਦਰਾ ਦਾ ਪ੍ਰਵਾਹ ਬੇਟੇ। ਆਮਦਨ ਦੇ ਪ੍ਰਵਾਹ ਦਾ ਦੋਹਰਾ ਸਰੂਪ ਹੋਣ ਕਰਕੇ ਇਸ ਨੂੰ ਡੈਸ਼ ਕਿਹਾ ਜਾਂਦਾ ਹੈ। ਦੋਹਰਾ ਸਰੂਪ ਮਤਲਬ ਕਿ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ, ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ ਬੇਟੇ? ਚੱਕਰੀ ਪ੍ਰਵਾਹ ਕਿਹਾ ਜਾਂਦਾ ਹੈ। ਆਮਦਨ ਦੇ ਚੱਕਰੀ ਪ੍ਰਵਾਹ ਦੀਆਂ ਡੈਸ਼ ਅਵਸਥਾਵਾਂ ਹਨ ਬੇਟੇ। ਆਮਦਨ ਦੇ ਚੱਕਰੀ ਪ੍ਰਵਾਹ ਦੀਆਂ 3 ਅਵਸਥਾਵਾਂ ਨੇ ਕਿ ਉਤਪਾਦਨ ਹੁੰਦਾ ਹੈ, ਠੀਕ ਹੈ, ਆਮਦਨ ਹੁੰਦੀ ਹੈ ਤੇ ਖਰਚਾ ਹੁੰਦਾ ਹੈ। ਆਮਦਨ ਦੇ ਚੱਕਰੀ ਪ੍ਰਵਾਹ ਨੂੰ ਸੰਕੁਚਿਤ ਕਰਨ ਵਾਲੀਆਂ ਤਾਕਤਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਮਤਲਬ ਉਹ ਕਿਹੜੀ ਚੀਜ਼ ਹੈ ਜਿਹੜੀ ਚੱਕਰੀ ਪ੍ਰਵਾਹ ਨੂੰ ਘਟਾ ਦਿੰਦੀ ਹੈ, ਹੌਲਾ ਕਰ ਦਿੰਦੀ ਹੈ? ਉਹ ਹੁੰਦੀ ਹੈ ਬੇਟੇ ਛੇਕ। ਤੁਹਾਨੂੰ ਮੈਂ ਨੈਕਸਟ ਵੀਡੀਓ ਵਿੱਚ ਇਹਦੇ ਬਾਰੇ ਡਿਟੇਲ ਸਮਝਾਉਂਗੀ ਕਿ ਛੇਕ ਮੈਂ ਕਿਹਨੂੰ ਕਹਿ ਰਹੀ ਹਾਂ। ਡੈਸ਼ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਵਿਸਤ੍ਰਿਤ ਬਣਾਉਂਦੇ ਹਨ। ਭਰਨ, ਇੰਜੈਕਸ਼ਨਸ ਕਹਿੰਦੇ ਇਹਨੂੰ ਇੰਗਲਿਸ਼ ਦੇ ਵਿੱਚ, ਠੀਕ ਹੈ। ਭਰਨ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਵਿਸਤ੍ਰਿਤ ਬਣਾਉਂਦੇ ਹਨ। ਆਮਦਨ ਦੇ ਚੱਕਰੀ ਪ੍ਰਵਾਹ ਦੇ ਸਧਾਰਨ 2 ਖੇਤਰੀ ਮਾਡਲ ਵਿੱਚ ਡੈਸ਼ ਤੇ ਡੈਸ਼ ਖੇਤਰ ਹੁੰਦੇ ਹਨ। ਦੇਖੋ ਚੱਕਰੀ ਪ੍ਰਵਾਹ ਹੈ, 2 ਖੇਤਰੀ ਮਾਡਲ ਹੈ, ਤੇ 2 ਖੇਤਰੀ ਮਾਡਲ 'ਚ ਕਿਹੜੇ-ਕਿਹੜੇ ਖੇਤਰ ਹੁੰਦੇ ਆ? ਇੱਕ ਉਤਪਾਦਨ ਖੇਤਰ ਹੁੰਦਾ ਹੈ, ਇੱਕ ਬੇਟੇ ਘਰੇਲੂ ਖੇਤਰ ਹੁੰਦਾ ਹੈ। ਮੁਦਰਾ ਦੇ ਲੈਣ ਦੇਣ ਦਾ ਕੰਮ ਡੈਸ਼ ਖੇਤਰ ਦੁਆਰਾ ਕੀਤਾ ਜਾਂਦਾ ਹੈ, ਵਿੱਤੀ ਖੇਤਰ ਦੁਆਰਾ, ਫਾਈਨੈਂਸ਼ੀਅਲ ਸੈਕਟਰ ਦੁਆਰਾ ਕੀਤਾ ਜਾਏਗਾ ਨਾ। ਫਿਰ ਆ ਗਿਆ ਡੈਸ਼ ਖੇਤਰ ਵਸਤੂਆਂ ਤੇ ਸੇਵਾਵਾਂ ਦਾ ਉਤਪਾਦਨ ਕਰਦਾ ਹੈ ਬੇਟੇ। ਉਤਪਾਦਕ ਖੇਤਰ ਕਰਦਾ ਬੇਟੇ ਵਸਤੂਆਂ ਤੇ ਸੇਵਾਵਾਂ ਦਾ ਉਤਪਾਦਨ, ਠੀਕ ਹੈ। ਹਾਂਜੀ ਬੇਟੇ, ਤਾਂ ਹੁਣ ਆਪਾਂ ਕਰਦੇ ਹਾਂ 1 ਮਾਰਕ ਦੇ ਵਿੱਚ ਹੀ ਟਰੂ ਤੇ ਫਾਲਸ। ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਪਰਿਵਾਰਕ ਖੇਤਰਾਂ ਦੁਆਰਾ ਕੀਤਾ ਜਾਂਦਾ ਹੈ, ਠੀਕ ਹੈ ਬੇਟੇ, ਟਰੂ ਹੈ। ਉਤਪਾਦਨ ਦੇ ਸਾਧਨਾਂ ਦਾ ਮਾਲਕ ਉਤਪਾਦਕ ਖੇਤਰ ਹੁੰਦਾ ਹੈ। ਉਤਪਾਦਨ ਦੇ ਸਾਧਨਾਂ ਦਾ ਮਾਲਕ ਤੁਹਾਨੂੰ ਹੁਣੇ ਦੱਸਿਆ ਮੈਂ ਘਰੇਲੂ ਖੇਤਰ ਹੁੰਦਾ ਹੈ, ਇਸ ਕਰਕੇ ਇਹ ਫਾਲਸ ਹੈ ਬੇਟੇ। ਅਰਥ ਵਿਵਸਥਾ ਦੇ ਵਿਭਿੰਨ ਖੇਤਰਾਂ ਵਿੱਚ ਹੋਣ ਵਾਲੇ ਆਮਦਨ ਦੇ ਨਿਰੰਤਰ ਪ੍ਰਵਾਹ ਨੂੰ ਆਮਦਨ ਦਾ ਚੱਕਰੀ ਪ੍ਰਵਾਹ ਕਿਹਾ ਜਾਂਦਾ ਹੈ। ਦੁਬਾਰਾ ਤੁਹਾਡੇ ਲਈ ਪੜ੍ਹਦੀ ਹਾਂ ਕਿ ਅਰਥ ਵਿਵਸਥਾ ਦੇ ਜਿਹੜੇ ਡਿਫਰੈਂਟ ਸੈਕਟਰਸ ਹੁੰਦੇ ਆ ਨਾ, ਉਹਨਾਂ ਵਿੱਚ ਹੋਣ ਵਾਲੇ ਆਮਦਨ ਦੇ ਨਿਰੰਤਰ ਪ੍ਰਵਾਹ ਨੂੰ ਆਮਦਨ ਦਾ ਚੱਕਰੀ ਪ੍ਰਵਾਹ ਕਿਹਾ ਜਾਂਦਾ ਹੈ। ਇਹ ਕੀ ਹੈ ਬੇਟੇ? ਟਰੂ ਹੈ। ਵਾਸਤਵਿਕ ਪ੍ਰਵਾਹ ਦਾ ਸੰਬੰਧ ਮੁਦਰਾ ਨਾਲ ਹੁੰਦਾ ਹੈ, ਫਾਲਸ ਹੈ। ਮੌਦਰਿਕ ਪ੍ਰਵਾਹ ਦਾ ਸੰਬੰਧ ਮੁਦਰਾ ਨਾਲ ਹੁੰਦਾ ਹੈ, ਟਰੂ ਹੈ। ਆਮਦਨ ਦੇ ਚੱਕਰੀ ਪ੍ਰਵਾਹ ਵਿੱਚ ਵਾਸਤਵਿਕ ਪ੍ਰਵਾਹ ਦੇ ਵਿਪਰੀਤ ਮੌਦਰਿਕ ਪ੍ਰਵਾਹ ਹੁੰਦਾ ਹੈ, ਟਰੂ ਹੈ ਬੇਟੇ। ਮੰਦੀ ਦੌਰਾਨ ਆਮਦਨ ਦਾ ਚੱਕਰੀ ਪ੍ਰਵਾਹ ਸੰਕੁਚਿਤ ਹੋ ਜਾਂਦਾ ਹੈ, ਇਹ ਠੀਕ ਹੈ ਬੇਟੇ। ਜਦੋਂ ਮੰਦੀ ਹੁੰਦੀ ਹੈ ਤਾਂ ਆਪਣੇ ਆਪ ਹੀ ਜਿਹੜਾ ਇਹ ਪ੍ਰਭਾਵ ਹੈ ਹੌਲਾ ਹੋ ਜਾਂਦਾ ਹੈ, ਘੱਟ ਹੋ ਜਾਂਦਾ ਹੈ। ਤੇਜ਼ੀ ਦੌਰਾਨ ਆਮਦਨ ਦਾ ਚੱਕਰੀ ਪ੍ਰਵਾਹ ਵਿਸਤ੍ਰਿਤ ਹੋ ਜਾਂਦਾ ਹੈ, ਬਿਲਕੁਲ ਠੀਕ, ਟਰੂ। ਛੇਕ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਵਿਸਤ੍ਰਿਤ ਕਰਦੇ ਆ, ਫਾਲਸ। ਭਰਨ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਕਮਜ਼ੋਰ ਕਰਦੇ ਆ, ਇਹ ਵੀ ਫਾਲਸ। 2 ਖੇਤਰੀ ਅਰਥ ਵਿਵਸਥਾ ਵਿੱਚ ਸਰਕਾਰ ਦੀ ਕਿਸੇ ਵੀ ਦਖਲ ਅੰਦਾਜ਼ੀ ਤੋਂ ਬਿਨਾਂ ਘਰੇਲੂ ਖੇਤਰ ਅਤੇ ਉਤਪਾਦਕ ਖੇਤਰ ਮੌਜੂਦ ਹੁੰਦੇ ਨੇ। ਅਗੇਨ ਰੀਡ ਕਰਦੇ ਹਾਂ, ਸਮਝਾਉਂਦੇ ਹਾਂ ਕਿ ਜਿਹੜੀ 2 ਖੇਤਰੀ ਅਰਥ ਵਿਵਸਥਾ ਹੈ, ਸਰਕਾਰ ਦੀ ਦਖਲ ਅੰਦਾਜ਼ੀ ਤੋਂ ਬਿਨਾਂ, ਮਤਲਬ 2 ਖੇਤਰੀ ਹੈ ਲੇਕਿਨ ਉਹਦੇ 'ਚ ਗਵਰਨਮੈਂਟ ਦੀ ਕੋਈ ਇੰਟਰਫੇਰੈਂਸ ਨਹੀਂ ਹੈ, ਤੋਂ ਬਿਨਾਂ ਘਰੇਲੂ ਖੇਤਰ ਅਤੇ ਉਤਪਾਦਕ ਖੇਤਰ ਮੌਜੂਦ ਹੁੰਦੇ ਹਨ, ਟਰੂ ਬੇਟੇ। ਚਲੋ ਫਿਰ ਟਰੂ ਫਾਲਸ ਵੀ ਹੋ ਗਏ। ਨੈਕਸਟ ਕਰਦੇ ਹਾਂ। ਹਾਂਜੀ ਬੇਟੇ, ਤਾਂ ਹੁਣ 1 ਮਾਰਕ ਦੇ ਕੁਐਸਚਨਸ ਹੈਗੇ ਹੈ। ਆਲਮੋਸਟ ਤੁਹਾਨੂੰ ਹੁਣ ਬਹੁਤ ਜਲਦੀ ਸਮਝ ਆ ਜਾਣਾ ਹੈ ਕਿਉਂਕਿ ਤੁਹਾਨੂੰ ਮੈਂ ਆਲਰੇਡੀ ਜਿਹੜੇ ਕੁਐਸਚਨਸ ਜਾਂ ਟਰੂ ਫਾਲਸ ਜਾਂ ਬਲੈਂਕ ਸਮਝਾਏ ਹੈ ਨਾ, ਉਹਨਾਂ ਵਰਗੇ ਹੀ ਹੈ। ਮੁਦਰਾ ਅਤੇ ਆਮਦਨ ਦਾ ਚੱਕਰੀ ਪ੍ਰਵਾਹ ਕੀ ਹੁੰਦਾ ਹੈ? ਆਮਦਨ ਦੇ ਚੱਕਰੀ ਪ੍ਰਵਾਹ ਤੋਂ ਭਾਵ ਲਗਾਤਾਰ ਜਾਰੀ ਰਹਿਣ ਵਾਲੀ ਅਜਿਹੀ ਪ੍ਰਕਿਰਿਆ ਜਿਸ ਦੇ ਅੰਤਰਗਤ ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਇੱਕ ਪਾਸੇ ਵਸਤੂਆਂ ਤੇ ਸੇਵਾਵਾਂ ਦਾ ਲੈਣ ਦੇਣ ਹੁੰਦਾ ਹੈ, ਦੂਜੇ ਪਾਸੇ ਮੁਦਰਾ ਦਾ ਲੈਣ ਦੇਣ ਜਾਰੀ ਰਹਿੰਦਾ ਹੈ, ਠੀਕ ਹੈ। ਤਾਂ ਹੀ ਕੀ ਬਣ ਜਾਂਦਾ ਹੈ? ਚੱਕਰੀ ਪ੍ਰਵਾਹ। ਹੁਣ ਕੁਐਸਚਨ ਹੈ ਵਾਸਤਵਿਕ ਪ੍ਰਵਾਹ ਤੋਂ ਤੁਸੀਂ ਕੀ ਸਮਝਦੇ ਹੋ, ਜਾਂ ਪਰਿਭਾਸ਼ਾ ਦਿਓ, ਜਾਂ ਇਹ ਕੀ ਹੁੰਦਾ ਹੈ? ਤਾਂ ਇਹਦੇ ਬਾਰੇ 'ਚ ਦੇਖੋ। ਤਾਂ ਵਾਸਤਵਿਕ ਪ੍ਰਵਾਹ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਕਹਿ ਰਹੀ ਸੀ, ਦੇਖੋ ਸਪੋਜ਼ ਇਹ ਘਰੇਲੂ ਖੇਤਰ ਹੈ, ਇਹ ਕਿਹੜਾ ਖੇਤਰ ਹੈ? ਉਤਪਾਦਕ ਖੇਤਰ ਹੈ, ਠੀਕ ਹੈ। ਹੁਣ ਜਿਹੜਾ ਘਰੇਲੂ ਖੇਤਰ ਹੈ, ਕਿ ਆਪਾਂ ਹੁਣੇ ਕਰਕੇ ਹਟੇ ਕਿ ਘਰੇਲੂ ਖੇਤਰ ਦੇ ਵਿੱਚ ਉਤਪਾਦਨ ਦੇ ਸਾਧਨ ਮੌਜੂਦ ਹੁੰਦੇ ਨੇ, ਸਾਰੇ ਲੈਂਡ, ਲੇਬਰ, ਕੈਪੀਟਲ ਤੇ ਆਰਗੇਨਾਈਜੇਸ਼ਨ। ਉਹ ਸਾਰੇ ਸਾਧਨ ਕੰਮ ਕਰਨ ਲਈ ਕਿੱਥੇ ਜਾਂਦੇ? ਉਤਪਾਦਕ ਖੇਤਰ ਦੇ ਵਿੱਚ ਇੱਕ ਤਰ੍ਹਾਂ ਦੇ।
ਇਹਦਾ ਮਤਲਬ ਹੈ ਘਰੇਲੂ ਖੇਤਰ ਉਤਪਾਦਕ ਖੇਤਰ ਨੂੰ ਕੀ ਦਿੰਦਾ ਹੈ, ਉਤਪਾਦਨ ਦੇ ਸਾਧਨਾਂ ਦੀਆਂ ਸੇਵਾਵਾਂ। ਤੇ ਉਤਪਾਦਕ ਖੇਤਰ ਉਹਦੇ ਬਦਲੇ 'ਚ ਕੀ ਕਰਦਾ ਹੈਗਾ, ਉਹਨੂੰ ਵਸਤੂਆਂ ਤੇ ਸੇਵਾਵਾਂ ਮਤਲਬ ਉਤਪਾਦਨ ਕਰਦਾ ਨਾ, ਯਾਨੀ ਰੀਅਲ ਫਾਰਮ ਦੇ ਵਿੱਚ ਵਾਸਤਵਿਕ ਪ੍ਰਵਾਹ ਦੇ ਰੂਪ ਦੇ ਵਿੱਚ ਸਾਧਨ ਜਾਂਦੇ ਨੇ, ਸਾਧਨ ਦੀਆਂ ਸੇਵਾਵਾਂ ਮਿਲਦੀਆਂ ਨੇ, ਉਤਪਾਦਨ ਹੁੰਦਾ ਹੈ ਤੇ ਵਸਤੂਆਂ ਤੇ ਸੇਵਾਵਾਂ ਕਿੱਧਰ ਜਾਂਦੀਆਂ ਨੇ, ਘਰੇਲੂ ਖੇਤਰ ਦੇ ਵਿੱਚ। ਇਹ ਇਹਦੀ ਰੀਅਲ ਫਾਰਮ ਹੋਗੀ, ਯਾਨੀ ਕਿ ਵਾਸਤਵਿਕ ਪ੍ਰਵਾਹ ਹੋ ਗਿਆ। ਠੀਕ ਹੈ ਬੇਟੇ। ਹਾਂਜੀ ਬੇਟੇ, ਤਾਂ ਹੁਣ ਤੁਸੀਂ ਰੀਅਲ ਫਲੋ ਜਿਹੜਾ ਸੀਗਾ ਯਾਨੀ ਵਾਸਤਵਿਕ ਪ੍ਰਵਾਹ ਸਮਝਿਆ, ਤਾਂ ਹੁਣ ਮੌਦਰਿਕ ਪ੍ਰਵਾਹ ਸਮਝੋ ਤਾਂ ਤੁਹਾਨੂੰ ਰੀਅਲ ਫਲੋ ਵੈਸੇ ਹੀ ਕਲੈਰਿਟੀ ਹੋ ਜੂਗੀ। ਆਪਾਂ ਪਹਿਲਾਂ ਕਿਹਾ ਕਿ ਵਾਸਤਵਿਕ ਪ੍ਰਵਾਹ ਹਮੇਸ਼ਾ ਵਸਤੂਆਂ ਤੇ ਸੇਵਾਵਾਂ ਦੇ ਰੂਪ 'ਚ ਹੁੰਦਾ ਹੈ ਤੇ ਮੌਦਰਿਕ ਪ੍ਰਵਾਹ ਮੁਦਰਾ ਦੇ ਰੂਪ ਵਿੱਚ ਹੁੰਦਾ ਹੈ। ਠੀਕ ਹੈ ਨਾ। ਹੁਣ ਇਹ ਮੌਦਰਿਕ ਪ੍ਰਵਾਹ ਕੀ ਆ, ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਲੈਣ ਦੇਣ ਦੇ ਬਦਲੇ ਵਿੱਚ ਮੁਦਰਾ ਦਾ ਜੋ ਪ੍ਰਵਾਹ ਹੁੰਦਾ ਉਹਨੂੰ ਮੌਦਰਿਕ ਪ੍ਰਵਾਹ ਕਿਹਾ ਜਾਂਦਾ ਹੈ। ਦੇਖੋ ਹੁਣ ਘਰੇਲੂ ਖੇਤਰ ਹੈ, ਉਤਪਾਦਕ ਖੇਤਰ ਹੈ। ਹੁਣ ਘਰੇਲੂ ਖੇਤਰ ਦੇ ਸਾਧਨ ਗਏ ਸੀ ਨਾ ਇੱਥੇ ਕੰਮ ਕਰਨ ਦੇ ਲਈ, ਤਾਂ ਉਹਨਾਂ ਸਾਧਨਾਂ ਨੂੰ ਉਹਦੇ ਬਦਲੇ ਵਿੱਚ ਕੋਈ ਵੀ ਫ੍ਰੀ 'ਚ ਕੰਮ ਤਾਂ ਨਹੀਂ ਕਰੂਗਾ, ਲਗਾਨ, ਮਜ਼ਦੂਰੀ, ਵਿਆਜ ਤੇ ਲਾਭ ਦੇ ਰੂਪ ਵਿੱਚ ਪੇਮੈਂਟ ਕਰਨੀ ਪਊਗੀ। ਤਾਂ ਉਹ ਪੇਮੈਂਟ ਕਿੱਧਰ ਜਾਊਗੀ, ਫਿਰ ਘਰੇਲੂ ਖੇਤਰ ਵੱਲ। ਠੀਕ ਹੈ, ਪ੍ਰਾਪਤੀ ਹੋ ਗਈ। ਜਿਹੜੀਆਂ ਵਸਤੂਆਂ ਤੇ ਸੇਵਾਵਾਂ ਫਿਰ ਉਤਪਾਦਕ ਖੇਤਰ ਨੇ ਬਣਾਈਆਂ ਨੇ, ਉਹਨਾਂ ਵਸਤੂਆਂ ਤੇ ਸੇਵਾਵਾਂ ਨੂੰ ਖਰੀਦਿਆ ਕਿੰਨੇ, ਘਰੇਲੂ ਖੇਤਰ ਨੇ। ਲੇਕਿਨ ਕੀ ਫ੍ਰੀ 'ਚ ਨਹੀਂ, ਉਹਦੇ ਬਦਲੇ ਵਿੱਚ ਖਰਚਾ ਕੀਤਾ ਗਿਆ ਪੈਸੇ ਦੇ ਰੂਪ ਦੇ ਵਿੱਚ, ਇਸ ਕਰਕੇ ਮੌਦਰਿਕ ਪ੍ਰਵਾਹ ਹੋ ਗਿਆ। ਚਲੋ ਨੈਕਸਟ ਕੁਐਸਚਨ ਹੈ ਛੇਕ ਦੀ ਪਰਿਭਾਸ਼ਾ ਦਿਓ। ਹੁਣੇ ਮੈਂ ਤੁਹਾਨੂੰ ਕਿਹਾ ਸੀ ਕਿ ਨੈਕਸਟ ਵੀਡੀਓ ਸਮਝਾਉਂਗੀ, ਲੇਕਿਨ ਮੇਰਾ ਮੂਡ ਬਦਲ ਗਿਆ ਤਾਂ ਮੈਂ 1 ਮਾਰਕ ਕੁਐਸਚਨ ਵੀ ਹੁਣੇ ਕਰਵਾਉਣ ਲੱਗੀ ਹਾਂ, ਇਸ ਕਰਕੇ ਛੇਕ ਵੀ ਹੁਣੇ ਹੀ ਸਮਝ ਲਓ। ਛੇਕ ਦੀ ਪਰਿਭਾਸ਼ਾ ਦਿਓ। ਠੀਕ ਆ, ਛੇਕ ਕੀ ਹੁੰਦੇ ਆ। ਛੇਕ ਦੇ ਨਾਲ ਨਾਲ ਹੀ ਆਪਣੇ ਕੋਲੇ ਹੈਗੇ ਆ ਭਰਨ, ਯਾਨੀ ਕਿ ਇੰਜੈਕਸ਼ਨਸ। ਠੀਕ ਹੈ, ਦੋਨਾਂ ਨੂੰ ਪੈਰਲਲੀ ਸਮਝਦੇ ਹਾਂ ਆਪਾਂ। ਪਹਿਲਾਂ ਛੇਕ ਦੇਖੋ, ਅਜਿਹੀ ਗਤੀਵਿਧੀਆਂ ਜਾਂ ਸ਼ਕਤੀਆਂ ਜੋ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਸੰਕੁਚਿਤ ਜਾਂ ਕਮਜ਼ੋਰ ਕਰਦੀਆਂ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਛੇਕ ਕਿਹਾ ਜਾਂਦਾ ਹੈ। ਯਾਨੀ ਜੋ ਚੱਕਰੀ ਪ੍ਰਵਾਹ ਨੂੰ ਸੰਕੁਚਿਤ ਜਾਂ ਕਮਜ਼ੋਰ ਕਰਦੀਆਂ ਨੇ ਤਾਂ ਉਹ ਕੀ ਹੈਗੇ ਨੇ, ਉਹ ਛੇਕ ਨੇ। ਇਹਦਾ ਮਤਲਬ ਹੈ ਫਿਰ ਭਰਨ ਕੀ ਹੋਣਗੇ, ਭਰਨ ਹੋਣਗੇ ਅਜਿਹੀਆਂ ਗਤੀਵਿਧੀਆਂ ਜਾਂ ਸ਼ਕਤੀਆਂ ਜੋ ਆਮਦਨ ਦੇ ਚੱਕਰੀ ਪ੍ਰਵਾਹ ਨੂੰ ਵਿਸਤ੍ਰਿਤ ਕਰਦੀਆਂ ਨੇ ਜਾਂ ਮਜ਼ਬੂਤ ਕਰਦੀਆਂ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ, ਭਰਨ ਕਿਹਾ ਜਾਂਦਾ ਹੈ। ਹੁਣ ਐਗਜ਼ਾਮਪਲ ਹੈ ਕਿ ਜਿਹੜੇ ਛੇਕ ਹੈ ਉਹ ਕਿਹੜੇ ਨੇ, ਬੱਚਤ, ਆਯਾਤ ਜਾਂ ਫਿਰ ਆਯਾਤਾਂ ਲਈ ਕੀਤੇ ਭੁਗਤਾਨ ਤੇ ਫਿਰ ਟੈਕਸ। ਤੁਹਾਨੂੰ ਸਮਝਾਉਣਾ ਚਾਹੂੰਗੀ ਮੈਂ। ਸਪੋਜ਼ ਮੇਰੀ ਇਨਕਮ 10,000 ਰੁਪਏ ਹੈ, ਜੇ ਤਾਂ ਮੈਂ 10 ਦਾ 10,000 ਰੁਪਇਆ ਮਾਰਕੀਟ 'ਚ ਖਰਚ ਕਰ ਦਿੰਦੀ ਹਾਂ ਤਾਂ ਆਮਦਨ ਦਾ ਚੱਕਰੀ ਪ੍ਰਵਾਹ ਚੱਲਦਾ ਰਹੂਗਾ, ਕਿਉਂਕਿ ਮੇਰਾ ਖਰਚਾ ਉਹ ਕਿਸੇ ਹੋਰ ਦੀ ਆਮਦਨ ਬਣ ਜਾਊਗਾ, ਉਤਪਾਦਨ ਹੋਊਗਾ, ਰੋਜ਼ਗਾਰ ਮਿਲੂਗਾ, ਅਗਲਿਆਂ ਨੂੰ ਆਮਦਨ ਮਿਲੂਗੀ। ਲੇਕਿਨ ਜੇਕਰ ਮੈਂ ਉਹਨਾਂ 10,000 ਰੁਪਏ ਦੇ ਵਿੱਚੋਂ ਮੈਨੂੰ ਜਿਹੜਾ 3,000 ਰੁਪਏ ਟੈਕਸ ਪੇ ਕਰਨਾ ਪੈ ਗਿਆ ਕਿਸੇ ਵੀ ਫਾਰਮ ਦੇ ਵਿੱਚ, ਇਹਦਾ ਮਤਲਬ ਹੈ ਮੇਰਾ ਖਰਚਾ ਕਿੰਨਾ ਰਹਿ ਗਿਆ, ਹੁਣ 7,000 ਰੁਪਏ। ਹੁਣ ਮਾਰਕੀਟ 'ਚ ਕਿੰਨੇ ਆਉਣਗੇ, 7,000 ਰੁਪਏ। ਯਾਨੀ ਮੈਂ ਡਿਮਾਂਡ 7,000 ਦੀ ਕਰੂੰਗੀ ਤਾਂ ਉਤਪਾਦਨ ਜਿਹੜਾ ਉਹਨਾਂ ਹੀ ਘੱਟ ਹੋਊਗਾ। ਇਹਦਾ ਮਤਲਬ ਉਹ 3,000 ਰੁਪਇਆ ਜਿਹੜਾ ਕਰ ਦਾ ਲੱਗ ਗਿਆ, ਯਾਨੀ ਟੈਕਸ ਦਾ ਲੱਗ ਗਿਆ, ਤਾਂ ਉਹ ਕੀ ਹੋ ਗਏ, ਛੇਕ। ਮਤਲਬ ਕਿ ਉਹਦੇ ਵਿੱਚੋਂ ਪੈਸਾ ਨਿਕਲ ਗਿਆ। ਤਾਂ ਫਿਰ ਇੰਜੈਕਸ਼ਨਸ ਭਰਨ ਕੀ ਹੈ, ਮੈਂ ਤੁਹਾਨੂੰ ਕਿਹਾ ਨਾ ਹੁਣੇ, ਭਰਨ ਜਿਹੜੇ ਆ ਉਹ ਕੀ ਹੈ, ਉਹ ਚੱਕਰੀ ਪ੍ਰਵਾਹ ਨੂੰ ਮਜ਼ਬੂਤ ਕਰ ਦਿੰਦੇ ਹੈਗੇ ਆ, ਵਿਸਤ੍ਰਿਤ ਕਰ ਦਿੰਦੇ ਆ। ਜਿਵੇਂ ਕਿ ਨਿਵੇਸ਼, ਠੀਕ ਹੈ, ਬਾਹਰੋਂ ਕੋਈ ਇਨਵੈਸਟਮੈਂਟ ਹੋ ਗਈ, ਵੀ ਜਿੰਨਾ ਪੈਸਾ ਆਪਾਂ ਕਮਾਇਆ ਉਹ ਤਾਂ ਆਪਾਂ ਖਰਚ ਕੀਤਾ, ਬਾਹਰੋਂ ਹੋਰ ਪੈਸਾ ਆ ਗਿਆ, ਨਿਵੇਸ਼ ਹੋ ਗਿਆ। ਆਪਾਂ ਨਿਰਯਾਤ ਕਰਤੇ, ਬਾਹਰੋਂ ਨਿਰਯਾਤਾਂ ਤੋਂ ਪੈਸਾ ਆ ਗਿਆ। ਅਨੁਦਾਨ, ਆਪਾਂ ਨੂੰ ਕੋਈ ਆਰਥਿਕ ਸਹਾਇਤਾ ਮਿਲ ਗਈ ਬਾਹਰਲੇ ਮੁਲਕ ਤੋਂ ਜਾਂ ਕਿਤੋਂ ਵੀ, ਤਾਂ ਇਸ ਤਰੀਕੇ ਦੇ ਨਾਲ ਜਿਹੜੇ ਐਕਸਟਰਾ ਆਪਾਂ ਨੂੰ ਮਿਲ ਜਾਂਦਾ ਹੈਗਾ ਤਾਂ ਉਹ ਕੀ ਹੈਗਾ, ਭਰਨ ਹੈਗਾ ਬੇਟੇ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਹਾਂਜੀ ਬੇਟੇ, ਤਾਂ ਨੈਕਸਟ ਕੁਐਸਚਨ ਹੈ ਉਤਪਾਦਕ ਖੇਤਰ ਵੀ ਦੱਸਣਾ ਤੇ ਘਰੇਲੂ ਖੇਤਰ ਵੀ ਕੀ ਹੁੰਦਾ ਹੈ। ਪਹਿਲਾਂ ਉਤਪਾਦਕ ਖੇਤਰ ਹੈ, ਹੁਣ ਤਾਂ ਆਪਾਂ ਇਹਨਾਂ ਰਿਪੀਟ ਕਰ ਲਿਆ ਕਿ ਤੁਹਾਡੇ ਟਿਪਸ 'ਤੇ ਹੋ ਗਿਆ, ਮੈਂ ਨਾ ਵੀ ਸਮਝਾਵਾਂ ਤਾਂ ਤੁਸੀਂ ਕਰ ਸਕਦੇ ਹੋ। ਵਸਤੂਆਂ ਤੇ ਸੇਵਾਵਾਂ ਦਾ ਉਤਪਾਦਨ ਕਰਦਾ ਹੈ ਜੋ ਉਹਨੂੰ ਉਤਪਾਦਕ ਖੇਤਰ ਕਹਿੰਦੇ ਹੈ। ਠੀਕ ਹੈ, ਘਰੇਲੂ ਖੇਤਰ ਕਿਹੜਾ ਹੈ, ਅਰਥ ਵਿਵਸਥਾ ਦਾ ਉਹ ਖੇਤਰ ਜਿਸ ਦੁਆਰਾ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕੀਤਾ ਜਾਂਦਾ ਹੈ, ਉਹਨੂੰ ਘਰੇਲੂ ਖੇਤਰ ਕਹਿੰਦੇ ਹੈ। ਨੈਕਸਟ ਹੈ ਵਿਭਿੰਨ ਸਾਧਨ ਭੁਗਤਾਨ ਕਿਹੜੇ ਹੁੰਦੇ ਨੇ, ਯੂ ਨੋ ਇਟ ਵੈਰੀ ਵੈਲ। ਲਗਾਨ, ਵਿਆਜ, ਲਾਭ, ਮਜ਼ਦੂਰੀ, ਇਹ ਕੀ ਹੁੰਦੇ ਨੇ, ਸਾਧਨ ਭੁਗਤਾਨ। ਇੱਕ ਅਰਥ ਵਿਵਸਥਾ ਦੇ ਵਿਭਿੰਨ ਖੇਤਰਾਂ ਦੇ ਨਾਮ ਲਿਖੋ, ਨਹੀਂ ਰਿਪੀਟ ਕਰੂੰਗੀ ਕਿਉਂਕਿ ਕਰ ਚੁੱਕੇ ਹਾਂ। ਆਮਦਨ ਦੇ ਚੱਕਰੀ ਪ੍ਰਵਾਹ ਦੇ ਮੂਲ ਸਿਧਾਂਤ ਕਿਹੜੇ ਹਨ, ਯੈਸ, ਆਮਦਨ ਦੇ ਚੱਕਰੀ ਪ੍ਰਵਾਹ ਦੇ ਮੂਲ ਸਿਧਾਂਤ ਕਿਹੜੇ ਆ। ਨੰਬਰ 1, ਵਸਤੂਆਂ ਤੇ ਸੇਵਾਵਾਂ ਦੇ ਰੂਪ ਵਿੱਚ ਹੋਣ ਵਾਲੇ ਹਰ ਵਾਸਤਵਿਕ ਪ੍ਰਵਾਹ ਦੇ ਵਿਪਰੀਤ ਇੱਕ ਮੌਦਰਿਕ ਪ੍ਰਵਾਹ ਹੁੰਦਾ ਹੈ, ਯਾਦ ਰੱਖਣਾ।
ਜਿੰਨੀਆਂ ਵੀ ਵਸਤੂਆਂ ਤੇ ਸੇਵਾਵਾਂ ਵਿਕਣਗੀਆਂ ਉਹਨਾਂ ਦੇ ਬਦਲੇ ਵਿੱਚ ਜਿਹੜੀ ਹੈ ਮੁਦਰਕ ਪ੍ਰਾਪਤੀ ਜਿਹੜੀ ਹੈ ਜ਼ਰੂਰ ਹੋਊਗੀ, ਪ੍ਰਵਾਹ ਹੁੰਦਾ ਹੈ। ਵਿਭਿੰਨ ਖੇਤਰਾਂ ਦੇ ਭੁਗਤਾਨ ਤੇ ਪ੍ਰਾਪਤੀਆਂ ਹਮੇਸ਼ਾ ਇੱਕ ਦੂਜੇ ਦੇ ਬਰਾਬਰ ਹੁੰਦੇ ਨੇ, ਡੈਫੀਨੇਟਲੀ। ਹਰੇਕ ਵਾਸਤਵਿਕ ਪ੍ਰਵਾਹ ਦੇ ਵਿਪਰੀਤ ਮੌਦਰਿਕ ਪ੍ਰਵਾਹ ਕਿਉਂ ਹੁੰਦਾ ਹੈ? ਦਿਸ ਇਜ਼ ਅ ਗੁੱਡ ਕੁਐਸਚਨ। ਮੌਦਰਿਕ ਪ੍ਰਵਾਹ ਕਿਉਂ ਹੁੰਦਾ ਹੈ ਹਰੇਕ ਵਾਸਤਵਿਕ ਪ੍ਰਵਾਹ ਦੇ ਉਲਟ ਪਾਸੇ, ਕਿ ਜੇ ਤੁਸੀਂ ਕਿਸੇ ਨੂੰ ਵਸਤੂਆਂ ਸੇਵਾਵਾਂ ਦਿੱਤੀਆਂ ਉਹਦੇ ਬਦਲੇ ਵਿੱਚ ਪੈਸੇ ਮਿਲਣਗੇ। ਆਧੁਨਿਕ ਅਰਥ ਵਿਵਸਥਾ ਵਿੱਚ ਵਸਤੂਆਂ ਤੇ ਸੇਵਾਵਾਂ ਦੇ ਲੈਣ ਦੇਣ ਲਈ ਮੁਦਰਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਲਈ ਜਦੋਂ ਅਰਥ ਵਿਵਸਥਾ ਦੇ ਇੱਕ ਖੇਤਰ ਤੋਂ ਦੂਜੇ ਖੇਤਰ ਨੂੰ ਵਾਸਤਵਿਕ ਪ੍ਰਵਾਹ ਹੁੰਦਾ ਹੈ ਤਾਂ ਇਸ ਦੇ ਉਲਟ ਦਿਸ਼ਾ ਵਿੱਚ ਤੇ ਸਮਾਨ ਅਨੁਪਾਤ ਵਿੱਚ ਹੀ ਮੁਦਰਾ ਦਾ ਪ੍ਰਵਾਹ ਹੁੰਦਾ ਬੇਟੇ, ਵੀ ਪੈਸੇ ਤਾਂ ਮਿਲਦੇ ਹੀ ਮਿਲਦੇ ਹੈ। ਨੈਕਸਟ ਕੁਐਸਚਨ ਹੈ, ਆਮਦਨ ਦੇ ਚੱਕਰੀ ਪ੍ਰਵਾਹ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿਸੇ ਦੋ ਤੱਤਾਂ ਦਾ ਵਰਣਨ ਕਰੋ। ਕਿਹੜੀ ਚੀਜ਼ ਹੈ ਜੋ ਇਸ ਚੱਕਰੀ ਪ੍ਰਵਾਹ ਦੀ ਇੰਪੋਰਟੈਂਸ ਨੂੰ ਦਿਖਾਉਂਦੀ ਆ? ਪਹਿਲਾ ਹੈਗਾ ਅਰਥ ਵਿਵਸਥਾ ਦੀ ਬਣਤਰ ਬਾਰੇ ਜਾਣਕਾਰੀ ਮਿਲਦੀ ਹੈ। ਜਦੋਂ ਆਪਾਂ ਮਾਡਲ ਦੇਖਦੇ ਹਾਂ, ਮਾਡਲ ਬਣਾਉਂਦੇ ਹਾਂ 2 ਸੈਕਟਰ 3 ਸੈਕਟਰ 4 ਸੈਕਟਰਸ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਅਰਥ ਵਿਵਸਥਾ 'ਚ ਕਿਹੜੇ ਕਿਹੜੇ ਸੈਕਟਰਸ ਹੈਗੇ ਆ। ਸੈਕੰਡਲੀ, ਵੱਖ-ਵੱਖ ਖੇਤਰਾਂ ਦੀ ਅੰਤਰ ਨਿਰਭਰਤਾ ਦੀ ਵਿਆਖਿਆ। ਅੰਤਰ ਨਿਰਭਰਤਾ ਮਤਲਬ ਇੰਟਰਡਿਪੈਂਡੈਂਸ। ਮਾਡਲਸ ਤੋਂ ਜਾਂ ਚੱਕਰੀ ਪ੍ਰਵਾਹ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਜੇ ਉਤਪਾਦਕ ਖੇਤਰ ਹੈ ਉਹ ਘਰੇਲੂ ਖੇਤਰ ਨਾਲ ਕਿਵੇਂ ਜੁੜਿਆ ਹੋਇਆ, ਜਾਂ ਵਿੱਤੀ ਖੇਤਰ ਨਾਲ ਕਿਵੇਂ ਡਿਪੈਂਡ ਕਰਦਾ ਹੈਗਾ, ਜਾਂ ਸਰਕਾਰ 'ਤੇ ਕਿਵੇਂ ਡਿਪੈਂਡ ਕਰਦਾ, ਸਰਕਾਰ ਨੂੰ ਕੀ ਪ੍ਰਾਪਤ ਹੁੰਦਾ ਉਤਪਾਦਕ ਖੇਤਰ ਤੋਂ, ਘਰੇਲੂ ਖੇਤਰ ਤੋਂ, ਐਂਡ ਸੋ ਔਨ ਬੇਟੇ। ਓਕੇ ਬੇਟੇ, ਤਾਂ ਅੱਜ ਆਪਾਂ ਜਿਹੜੇ 1 ਮਾਰਕ ਵਾਲੇ ਕੁਐਸਚਨ ਕੀਤੇ ਆ, ਨਾਟ 2 ਵਾਲੇ, ਓਨਲੀ 1 ਵਾਲੇ, ਜਿਹੜੇ 1 ਮਾਰਕ ਵਾਲੇ ਆਪਾਂ ਅੱਜ ਕੁਐਸਚਨ ਕੀਤੇ ਆ, ਜਾਂ ਆਪਾਂ MCQs ਕੀਤੇ ਆ, ਬਲੈਂਕਸ ਕੀਤੇ, ਟਰੂ ਫਾਲਸ ਕੀਤੇ ਆ। ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਊਗੀ। ਜਦੋਂ ਆਪਾਂ ਵੀਡੀਓ ਨੂੰ ਇੱਕ ਵਾਰੀ ਵਾਚ ਕਰਦੇ ਹਾਂ, ਅਗਰ ਆਪਾਂ ਨੂੰ ਕੁਐਸਚਨ ਸਮਝ ਨਹੀਂ ਆਉਂਦਾ ਤਾਂ ਆਪਾਂ ਨੂੰ ਰਿਪੀਟ ਕਰਕੇ ਦੇਖ ਲੈਣਾ ਚਾਹੀਦਾ, ਸੁਣ ਲੈਣਾ ਚਾਹੀਦਾ ਦੁਬਾਰਾ। ਓਕੇ ਬੇਟੇ, ਤਾਂ ਬਾਏ, ਟੇਕ ਕੇਅਰ। ਨੈਕਸਟ ਵੀਡੀਓ 'ਚ ਮਿਲਦੇ ਹਾਂ, ਅਤੇ ਉਦੋਂ ਤੱਕ ਆਪਣਾ ਵੀ ਧਿਆਨ ਰੱਖਿਆ ਜੇ। ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ, ਕਰਵਾਉਂਦੇ ਵੀ ਰਿਹਾ ਕਰੋ, ਵੀਡੀਓਜ਼ ਨੂੰ ਲਾਈਕ ਕਰਦੇ ਰਹਿਣਾ। ਓਕੇ ਦੈਨ, ਅਤੇ ਪਲੇਲਿਸਟ ਨੂੰ ਜ਼ਰੂਰ ਚੈੱਕ ਕਰਦੇ ਰਹੋ ਬੇਟੇ। ਇਕਨੋਮਿਕਸ ਦੀ ਪਲੇਲਿਸਟ ਸਟਰੋਂਗ ਹੋ ਰਹੀ ਹੈ। ਤੁਹਾਡਾ ਸਾਰਾ ਸਿਲੇਬਸ ਇੰਡੀਅਨ ਇਕੋਨਮੀ ਦਾ ਐਂਡ ਮੈਕਰੋ ਇਕਨੋਮਿਕਸ ਦਾ ਡੇਲੀ ਬੇਸਿਸ 'ਤੇ ਅਪਲੋਡ ਹੋ ਰਿਹਾ ਹੈ। ਓਕੇ ਦੈਨ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਟਿਲ ਦੈਨ, ਗੁੱਡ ਬਾਏ, ਟੇਕ ਕੇਅਰ।